ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ NRI ਵਰਡ ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਤੇ ਇਸ ਖੁਸ਼ਗਵਾਰ ਮੌਸਮ ਦੇ ਨਾਲ ਮੈਂ ਰੁਪਿੰਦਰ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ। ਬੀਤੇ ਹਫ਼ਤੇ ਕੀ ਕੁਝ ਰਿਹਾ ਕੈਨੇਡਾ ਵਿੱਚ ਖਾਸ, ਸਿਆਸਤ ਤੋਂ ਲੈ ਕੇ ਮਨੋਰੰਜਨ ਤੱਕ ਹਰ ਪੱਖ ਤੇ ਰਹੇਗੀ ਨਜ਼ਰ ਅੱਜ NRI ਵਰਡ ਵਿੱਚ। ਅਕਤੂਬਰ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਹੁਣ ਸਿਆਸੀ ਮਾਹੌਲ ਪੱਕਦਾ ਜਾ ਰਿਹਾ ਹੈ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣੀ ਕੈਂਪੇਨ ਲਾਂਚ ਕੀਤੀ ਜਾ ਰਹੀ ਹੈ। ਇਸੇ ਤਹਿਤ ਮੈਂਬਰ ਪਾਰਲੀਮੈਂਟ ਤੇ ਬ੍ਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੀ ਮੁੜ ਤੋਂ ਉਮੀਦਵਾਰ ਸੋਨੀਆ ਸਿੱਧੂ ਵੱਲੋਂ ਆਪਣੀ ਕੈਂਪੇਨ ਲਾਂਚ ਕੀਤੀ ਗਈ ਤੇ ਕੈਂਪੇਨ ਆਫਿਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੌਕੇ ਵੱਡੀ ਤਾਦਾਦ ਵਿੱਚ ਉਹਨਾਂ ਦੇ ਸਪੋਰਟਰਸ ਤੇ ਵੋਟਰਸ ਹਾਜ਼ਰ ਰਹੇ। ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ, ਨਮਸਤੇ, ਵੈਲਕਮ ਟੂ our campaign office opening. ਬ੍ਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਆਉਣ ਵਾਲੀਆਂ ਫੈਡਰਲ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹਨ ਤੇ ਬੀਤੇ ਦਿਨੀ ਉਹਨਾਂ ਨੇ ਆਪਣਾ ਕੈਂਪੇਨ ਆਫਿਸ ਲਾਂਚ ਕੀਤਾ। ਇਸ ਮੌਕੇ ਉਹਨਾਂ ਦੇ ਸਪੋਰਟਰਸ ਵੀ ਵੱਡੀ ਤਾਦਾਦ ਦੇ ਵਿੱਚ ਹਾਜ਼ਰ ਰਹੇ। ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਲਿਬਰਲ ਸਰਕਾਰ ਵੱਲੋਂ ਪਿਛਲੇ 4 ਸਾਲਾਂ ਵਿੱਚ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਅਤੇ ਕਿਹਾ ਕਿ ਉਹ ਇੱਕ ਸਕਾਰਾਤਮਕ ਮੁਹਿੰਮ ਚਲਾਉਣਗੇ। 4 years ago in 2015, we began our journey with a message of hope and hard work. Today we can proudly say our future remains bright. You know why? Because our economy is thriving. We are investing in Canadians by strengthening the middle class, improving healthcare, growing our economy and fighting climate change. ਅੱਜ ਮੈਂ ਬਹੁਤ ਹੀ ਖੁਸ਼ ਹੈਗੀ ਹਾਂ ਕਿ ਇੰਨੇ ਜ਼ਿਆਦਾ ਸਪੋਰਟਰਸ ਪਹੁੰਚ ਰਹੇ ਹੈਗੇ ਅਤੇ ਮੈਂ ਬਹੁਤ ਹੀ ਮੈਨੂੰ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈਗੀ ਆ ਕਿ ਇੰਨਾ ਪੋਜ਼ੀਟਿਵ ਰਿਸਪੌਂਸ, ਇੰਨਾ ਜਿਹੜੇ ਕਮੈਂਟਸ ਜਿਹੜੇ ਬਹੁਤ ਹੀ ਪੋਜ਼ੀਟਿਵ ਹਨ, ਉਹਨੂੰ ਇੰਨੀ ਐਪਰੀਸੀਏਸ਼ਨ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈਗੀ ਆ। ਥੈਂਕ ਯੂ ਵੈਰੀ ਮੱਚ ਅਤੇ ਆਸ ਕਰਦੀ ਹਾਂ ਇਸੇ ਹੀ ਤਰ੍ਹਾਂ ਨਾਲ ਤੁਸੀਂ ਪਿਆਰ ਦਿੰਦੇ ਰਹੋਗੇ। 2015 'ਚ ਤੁਸੀਂ ਮੈਨੂੰ ਇੰਨੀ ਸਪੋਰਟ ਦੇ ਕੇ ਮੈਨੂੰ ਆਪਣਾ ਰਿਪਰੈਜ਼ੈਂਟੇਟਿਵ ਬਣਾਇਆ ਸੀਗਾ ਅਤੇ ਹੁਣ ਮੈਂ ਜਿਹੜਾ ਇੰਨਾ ਹੋਰ ਪਿਆਰ ਮਿਲਿਆ ਹੈ ਅਤੇ ਮੈਂ ਤੁਹਾਨੂੰ ਇਹ ਬਿਲਕੁਲ ਮੈਂ ਵਾਅਦਾ ਕਰਦੀ ਹਾਂ ਇਸੇ ਹੀ ਤਰ੍ਹਾਂ ਹੋਰ ਮਿਹਨਤ ਨਾਲ ਮੈਂ ਕੰਮ ਕਰਾਂਗੀ ਅਤੇ ਇਸੇ ਹੀ ਤਰ੍ਹਾਂ ਆਪਾਂ ਸਾਰੇ ਰਲ ਮਿਲ ਕੇ ਬਰੈਂਪਟਨ ਨੂੰ ਖੁਸ਼ਹਾਲ ਬਣਾਵਾਂਗੇ। ਅੱਜ ਅਸੀਂ ਸੋਨੀਆ ਸਿੱਧੂ ਦੀ ਆਫਿਸ ਦੀ ਗ੍ਰੈਂਡ ਓਪਨਿੰਗ 'ਤੇ ਆਏ ਹੋਏ ਹੈਗੇ ਹਾਂ। ਬਹੁਤ ਹੀ ਮੋਮੈਂਟਮ ਬਿਲਡ ਹੋਇਆ ਹੈਗਾ ਬਰੈਂਪਟਨ ਦੇ ਵਿੱਚ। ਮੈਂ ਇਹੀ ਬੇਨਤੀ ਕਰੂੰਗੀ ਸਾਰੇ ਵਿਊਅਰਸ ਨੂੰ ਵੀ ਸੋਨੀਆ ਸਿੱਧੂ ਜੋ ਬਰੈਂਪਟਨ ਸਾਊਥ ਦੀ MP ਵੀ ਹੈਗੀ ਆ ਐਂਡ ਸਾਡੀ ਟੀਮ ਦੀ ਕੈਂਡੀਡੇਟ ਵੀ ਹੈਗੀ ਆ, ਉਹਨੂੰ ਪਲੀਜ਼ ਆ ਕੇ ਤੁਸੀਂ ਪੂਰੀ ਤੋਂ ਪੂਰੀ ਸਪੋਰਟ ਦਿਓ। ਬਹੁਤ ਤਰੀਕੇ ਹੁੰਦੇ ਆ ਕੈਂਪੇਨ ਦੇ ਵਿੱਚ ਸਪੋਰਟ ਕਰਨ ਦੇ। ਤੁਸੀਂ ਡੋਨੇਸ਼ਨ ਦੇ ਸਕਦੇ ਹੋ, ਤੁਸੀਂ ਡੋਰ ਨੌਕਿੰਗ ਕਰਾ ਸਕਦੇ ਹੋ, ਫੋਨ ਕਾਲਸ ਕਰ ਸਕਦੇ ਹੋ। As you can see, we're here ਜਿਹੜੀ ਕਿ ਲਾਂਚ ਹੈਗੀ ਆ ਸਾਨੀਆ ਸਿੱਧੂ ਦੀ ਤੇ you could see just by looking at the crowd that she's worked so hard ਇਹਨਾਂ ਨੇ ਇੰਨਾ ਕੰਮ ਕੀਤਾ ਹੈਗਾ ਇੱਥੇ ਬਰੈਂਪਟਨ ਸਾਊਥ ਦੇ ਅੰਦਰ ਕਿ ਆਪਣਾ look at the support that she has, and this is another reason ਆਪਾਂ ਦੇਖ ਰਹੇ ਹੈਗੇ ਆ ਕਿ ਸਾਡੀ team Trudeau is growing once again, and I'm so very proud to support Sania, who's been a tremendous ਬਹੁਤ ਹੀ ਜ਼ਿਆਦਾ important ਸਾਡੀ team Brampton ਦੇ ਹੋਰ team member ਹੈਗੇ ਆ। So it's because of the work that we've been able to do, and I'm so excited that we're going to work extremely hard and not just paint Brampton, but we're going to paint Canada red again. There is no one that I know that works harder than Sania. She attends every community event. She makes sure that she's here in her constituency office, engaging with members of the community. And she is someone that's really passionate about issues that have a positive impact on the community. And as someone who was in the healthcare service sector for 18 years, she took that passion and continued it at the federal level to talk about issues around diabetes and how we can get better health outcomes for people, not only here in Brampton, but right across the country and internationally as well. ਜ਼ਿਕਰਯੋਗ ਹੈ ਕਿ 2019 ਦੀ ਫੈਡਰਲ ਚੋਣਾਂ ਅਕਤੂਬਰ 21 ਨੂੰ ਹੋਣ ਜਾ ਰਹੀਆਂ ਹਨ, ਜਿਸ ਲਈ ਉਮੀਦਵਾਰਾਂ ਵੱਲੋਂ ਵੀ ਡੋਰ ਨੌਕਿੰਗ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਕੈਨੇਡਾ ਦੇ ਸ਼ਹਿਰ ਵੈਂਕੂਵਰ ਵਿੱਚ ਫਾਰਮਰ MP ਹੈਰੀ ਸਟੀਵਨਸ ਦੇ ਨਾਂ ਤੇ ਬਣੀ ਬਿਲਡਿੰਗ ਵਿੱਚੋਂ ਹੁਣ ਹੈਰੀ ਸਟੀਵਨਸ ਦਾ ਨਾਂ ਹਟਾ ਦਿੱਤਾ ਗਿਆ ਹੈ। ਹੈਰੀ ਸਟੀਵਨਸ ਉਹ ਸ਼ਖਸ ਸੀ ਜਿਸ ਨੇ ਕਾਮਾਗਾਟਾ ਮਾਰੂ ਦੇ ਜਹਾਜ਼ ਨੂੰ ਵਾਪਸ ਮੋੜਨ ਵਿੱਚ ਅਹਿਮ ਰੋਲ ਅਦਾ ਕੀਤਾ ਸੀ, ਜੋ ਕਿ ਕੈਨੇਡਾ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਕ੍ਰਿਮੀਨੇਸ਼ਨ ਮੰਨਿਆ ਗਿਆ ਹੈ।
ਹੁਣ ਇਸ ਬਿਲਡਿੰਗ ਵਿੱਚੋਂ ਫਾਰਮਰ MP ਹੈਰੀ ਸਟੀਵਨਸ ਦਾ ਨਾਂ ਹਟਾ ਦਿੱਤਾ ਗਿਆ ਹੈ। ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵੈਨਕੂਵਰ ਸਥਿਤ ਇੱਕ ਫੈਡਰਲ ਬਿਲਡਿੰਗ ਜਿਸ ਦੇ ਉੱਪਰ ਹੈਰੀ ਸਟੀਵਨ ਦਾ ਨਾਂ ਲਿਖਿਆ ਹੋਇਆ ਸੀ, ਜਾਂ ਤੁਸੀਂ ਕਹਿ ਸਕਦੇ ਹੋ ਕਿ ਉਸ ਬਿਲਡਿੰਗ ਨੂੰ ਹੈਰੀ ਸਟੀਵਨ ਦੇ ਨਾਂ ਤੇ ਬਣਾਇਆ ਗਿਆ ਸੀ, ਉਸ ਨੂੰ ਰਿਮੂਵ ਕੀਤਾ ਗਿਆ ਹੈ। ਕੀ ਕਾਰਨ ਹਨ ਉਸ ਨੂੰ ਰਿਮੂਵ ਕਰਨ ਦੇ, ਗੱਲਬਾਤ ਕਰਦੇ ਹਾਂ ਸਰੀ ਸੈਂਟਰ ਤੋਂ ਮੈਂਬਰ ਆਫ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਉਹਨਾਂ ਦੇ ਨਾਲ। ਸੋ ਹੈਰੀ ਸਟੀਵਨਸ ਜਦੋਂ ਕਾਮਾਗਾਟਾ ਮਾਰੂ ਦਾ ਜਹਾਜ਼ ਇੱਥੇ ਆਇਆ ਸੀਗਾ, ਉਦੋਂ ਉਹ ਸਾਰੇ ਵੈਨਕੂਵਰ ਇਲਾਕੇ ਦੇ ਮੈਂਬਰ ਆਫ ਪਾਰਲੀਮੈਂਟ ਸੀਗੇ ਔਰ ਕਾਫੀ ਇਨਫਲੂਐਂਸ਼ੀਅਲ ਸੀ BC ਦੀ ਸਿਆਸਤ ਦੇ ਵਿੱਚ ਔਰ ਸੈਂਟਰਲ ਗਵਰਨਮੈਂਟ ਦੇ ਵਿੱਚ। ਤੇ ਉਹਨਾਂ ਦਾ ਮਿਸ਼ਨ ਸੀਗਾ ਕਿ ਜਿਹੜੇ ਏਸ਼ੀਆਟਿਕ ਲੋਕ ਆ, ਚਾਹੇ ਉਹ ਹਿੰਦੁਸਤਾਨ, ਪਾਕਿਸਤਾਨ ਇਹ ਏਰੀਏ ਤੋਂ, ਤੇ ਚਾਹੇ ਉਹ ਏਸ਼ੀਆ ਚਾਈਨਾ ਦੇ ਵਿੱਚੋਂ ਆਏ ਆ, ਇਹ ਕੈਨੇਡਾ 'ਚ ਨਹੀਂ ਰਹਿਣੇ ਚਾਹੀਦੇ ਕਿ ਸਾਡੀ ਫੈਬਰਿਕ ਆਫ ਕੈਨੇਡਾ ਨੂੰ ਇਹ ਡਿਸਟਰੋਏ ਕਰਦੇ, ਇਹਨਾਂ ਨੂੰ ਭੇਜਣਾ ਵਾਪਸ ਚਾਹੀਦਾ। ਉਦੋਂ ਥੋੜ੍ਹੇ ਕੁਛ ਸਾਊਥ ਏਸ਼ੀਅਨ ਲੋਕ ਆਏ ਸੀਗੇ ਇੱਥੇ, ਤਾਂ ਉਹਦਾ ਸੀਗਾ ਕਿ ਇਹ ਬੈਕ ਜਾਣ। ਜਦੋਂ ਸ਼ਿਪ ਆਇਆ ਉਹਦਾ ਪੂਰਾ ਜ਼ੋਰ ਲੱਗਾ ਸੀ ਕਿ ਇਸ ਨੂੰ ਮੋੜਨਾ, ਔਰ ਉਸ ਦੇ ਨਾਲ ਨਾਲ ਜਿਹੜੇ ਸਪਾਈ ਸੀਗੇ, ਜਿਹੜੇ ਆਪਣੇ ਮਕਲਾਉਡ ਹੋਣੀ ਸੀ, ਜਿਹੜੇ ਇਮੀਗ੍ਰੇਸ਼ਨ ਦੇ ਹੈਡ ਸੀਗੇ ਹੌਪਕਿੰਸਨ, ਉਹਨਾਂ ਦੇ ਨਾਲ ਉਹ ਜਿਹੜੇ ਕੰਮ ਕਰਦੇ ਸੀ, ਉਹ ਸਾਰੇ ਉਹਨੂੰ ਜਾ ਕੇ ਦੱਸਦੇ ਸੀਗੇ। ਤਾਂ ਉਹ ਪੋਲੀਟੀਕਲੀ ਪ੍ਰੈਸ਼ਰ ਕਰਦਾ ਸੀ ਤੇ ਉਹ ਬਾਕੀ ਆਪਣੇ ਸਿਆਸੀ ਇੰਟੈਲੀਜੈਂਸ ਰਾਹੀਂ ਕਰਦੇ ਸੀਗੇ। ਸੋ ਜੋ ਐਂਡ ਤੱਕ ਉਹ ਆਬਵੀਅਸਲੀ ਉਹ ਸਫਲ ਹੋਇਆ ਸੀ। ਹੁਣ ਕਾਮਾਗਾਟਾ ਮਾਰੂ ਜਹਾਜ਼ ਵਾਪਸ ਭੇਜਿਆ ਗਿਆ ਸੀ ਤੇ ਹੁਣ ਉਹਦੇ ਨਾਂ ਦੇ ਉੱਤੇ ਇੱਕ ਬਿਲਡਿੰਗ ਸੀਗੀ, ਉਹਦੀ ਆਪ ਦੀ ਡੈਥ 1974 'ਤੇ ਹੋ ਗਈ ਸੀਗੀ। ਉਹਦੇ ਨਾਂ ਦੇ ਇੱਕ ਬਿਲਡਿੰਗ ਗਵਰਨਮੈਂਟ ਸਰਵਿਸ ਕੈਨੇਡਾ ਦੀ ਬਿਲਡਿੰਗ ਸੀਗੀ ਤੇ ਉਹਦੇ ਉੱਤੇ ਉਹਦਾ ਨਾਂ ਸੀਗਾ। ਮੈਂ ਦੇਖ ਰਿਹਾ ਸੀਗਾ ਕਿ ਜੋ ਪਾਰਕਿੰਗ ਮੀਟਰ ਵੀ ਲੱਗੇ ਨੇ ਉਹਦੇ ਉੱਪਰ ਵੀ ਉਸ ਦਾ ਨਾਂ ਲਿਖਿਆ ਹੋਇਆ ਸੀ। ਸ਼ਾਇਦ ਇਹ ਵੀ ਮੈਂ ਨਹੀਂ ਗੌਰ ਕੀਤਾ, ਪਰ ਉਹ ਜਿਹੜਾ ਏਰੀਆ ਦੇ ਵਿੱਚ ਉਹ ਗਵਰਨਮੈਂਟ ਸਰਕਾਰੀ ਵਰਕਰ ਸਾਰੇ ਉਹ ਹੈਰੀ ਸਟੀਵਨਸ ਬਿਲਡਿੰਗ ਦੇ ਵਿੱਚ ਕੰਮ ਕਰਦੇ ਸੀ। ਇਹਦਾ ਫਿਰ ਪਤਾ ਲੱਗਾ ਸੀ ਕਿ ਜਿਹੜੇ ਡਿਸੈਂਡੈਂਟਸ ਆਫ ਕਾਮਾਗਾਟਾ ਮਾਰੂ ਸੁਸਾਇਟੀ ਆ, ਉਹਨਾਂ ਨੂੰ ਪਤਾ ਲੱਗਾ ਕਿ ਇਹ ਬਿਲਡਿੰਗ ਉਹਦੇ ਨਾਂ 'ਤੇ, ਔਰ ਇਹਨੀ ਫਿਰ ਅਪੀਲ ਕੀਤੀ ਸੀਗੀ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਇਨ ਰਾਈਟਿੰਗ ਵੀ ਇਹਦਾ ਰਿਮੂਵ ਕੀਤਾ ਜਾਣਾ ਚਾਹੀਦਾ। ਸਾਡੀ ਦਰਦ ਹੁੰਦੀ ਹੈ ਕਿ ਇੱਕ ਇਨਸਾਨ ਜਿਹੜਾ ਕਿ ਨਫ਼ਰਤ ਕਰਦਾ ਸੀਗਾ ਔਰ ਲੋਕਾਂ ਨੂੰ ਕਹਿੰਦਾ ਸੀ ਵਾਪਸ ਜਾਓ, ਉਹਦੇ ਨਾਂ 'ਤੇ ਇੱਕ ਸਰਕਾਰੀ ਬਿਲਡਿੰਗ ਆ। ਪ੍ਰਾਈਮ ਮਿਨਿਸਟਰ ਨੇ ਉਹ ਰੈਫਰ ਕੀਤੀ ਸੀਗੀ ਪਬਲਿਕ ਵਰਕਸ ਦੀ ਮਿਨਿਸਟਰ ਕੁਆਰਲਾ ਕੁਆਟਰ ਨੂੰ, ਤਾਂ ਉਹਨੂੰ ਰეკਮੈਂਡ ਕੀਤਾ ਸੀ ਇਹ 'ਤੇ ਗੌਰ ਕਰਕੇ ਤੇ ਇਹਦਾ ਨਾਂ ਰਿਮੂਵ ਕੀਤਾ ਜਾਵੇ। ਹੁਣ ਉਹਨੂੰ ਨਵਾਂ ਨਾਂ ਦਿੱਤਾ ਗਿਆ ਜੀ? ਅਜੇ ਨਾਂ ਨਹੀਂ ਕੋਈ ਦਿੱਤਾ, ਹੁਣ ਤਾਂ ਸਿਰਫ ਉਹਦਾ ਐਡਰੈਸ ਦੇ ਮੁਤਾਬਕ ਉਹ ਬਿਲਡਿੰਗ 125 10th ਐਵਨਿਊ ਬਿਲਡਿੰਗ ਗਿਣੀ ਜਾਊਗੀ। ਉਹਦਾ ਨਾਂ ਜੋ ਨੋਰਮਲ ਨੇਮਿੰਗ ਪ੍ਰੋਸੈਸ ਗਵਰਨਮੈਂਟ ਦਾ ਹੈਗਾ, ਜਦੋਂ ਕੋਈ ਲੋਕ ਸਬਮਿਟ ਕਰਦੇ ਉੱਤੇ ਫਿਰ ਡਿਸਾਈਡ ਕਰ ਦਿੰਦੇ ਉਹ ਹੋਊਗਾ। ਰਾਈਟ ਨਾਓ ਉਹਦਾ ਕੋਈ ਨਾਂ ਨਹੀਂ ਹੋਊਗਾ। ਮੈਂ ਦੱਸਣਾ ਚਾਹਾਂਗਾ ਕਿ ਰਾਜ ਤੂਰ ਹੋਣਾ ਨੇ ਐਪਲੀਕੇਸ਼ਨ ਫੈਡਰਲ ਗਵਰਨਮੈਂਟ ਨੂੰ ਪਾਈ ਸੀਗੀ। ਇਸ ਮੌਕੇ ਹਰਜੀਤ ਸੱਜਣ ਜੋ ਸਾਡੇ ਮਿਨਿਸਟਰ ਆਫ ਡਿਫੈਂਸ ਉਹ ਵੀ ਮੌਜੂਦ ਸਨ। ਉਹਨਾਂ ਦੇ ਨਾਲ ਸਰੀ ਨਿਊਟਨ ਤੋਂ ਮੈਂਬਰ ਆਫ ਪਾਰਲੀਮੈਂਟ ਸੁਖ ਧਾਲੀਵਾਲ ਵੀ ਉੱਥੇ ਮੌਜੂਦ ਸਨ। ਕਾਮਾਗਾਟਾ ਮਾਰੂ ਜਿਹੜਾ ਸੀਗਾ ਜਹਾਜ਼ ਜਦੋਂ ਮੋੜਿਆ ਉਦੋਂ ਇਹ ਮੈਂਬਰ ਆਫ ਪਾਰਲੀਮੈਂਟ ਸੀਗੇ, ਤੇ ਅੱਜ ਜਦੋਂ ਦੇਖਦੇ ਹੈਗੇ ਆ ਉਸੇ ਪਾਰਲੀਮੈਂਟ ਦੇ ਵਿੱਚ ਜਿਹੜੇ ਨੇ ਸਿੱਖ ਮੈਂਬਰ, ਮੁਸਲਿਮ, ਹਿੰਦੂ ਸਾਰੇ ਇਕੱਠੇ ਹੋ ਕੇ ਅਸੀਂ ਉੱਥੇ ਬੈਠੇ ਹਾਂ। ਉਸ ਵੇਲੇ ਉਹ ਜਿਹੜੇ ਸੀ ਉਹਨਾਂ ਨੂੰ ਵਾਪਸ ਜਿਹੜਾ ਸੀ ਸਿੱਖ, ਹਿੰਦੂ ਤੇ ਮੁਸਲਿਮ ਜਿਹੜਾ ਸੀ ਉਸ ਵਿੱਚ ਯਾਤਰੀ ਉਹਨਾਂ ਨੂੰ ਵਾਪਸ ਕੀਤਾ ਗਿਆ ਸੀ। ਉਹਨਾਂ ਦਾ ਨਾਂ ਸੀਗਾ ਗਵਰਨਮੈਂਟ ਬਿਲਡਿੰਗ ਦੇ ਉੱਤੇ। ਉਹਨੂੰ ਕੱਲ੍ਹ ਲਾ ਕੇ ਉੱਥੇ ਇੱਕ ਬਹੁਤ ਵਧੀਆ ਮਿਊਰਲ ਜਿਹੜਾ ਵਾ ਉਹ ਲਾਇਆ ਗਿਆ, ਜਿਹਦੇ ਵਿੱਚ ਦੋਨੇ ਇੱਕ ਜਿਹੜੇ ਸਾਊਥ ਏਸ਼ੀਅਨ ਇੰਡੀਅਨ ਸੀਗੇ ਜਾਂ ਜਿਹੜੇ ਇੱਥੇ ਦੇ ਇੰਡੀਜਨਸ ਪੀਪਲ ਆ ਉਹਨਾਂ ਦਾ ਉਹ ਇਕੱਠਾ ਕਰਕੇ ਬਣਾਇਆ ਹੈਗਾ, ਤੇ ਇੱਕ ਪੋਜ਼ੀਟਿਵ ਕਦਮ ਹੈਗਾ। ਮੈਂ ਵਧਾਈ ਦਿੰਦਾ ਜਿੱਥੇ ਕਾਲਾ ਕੁਆਟਰ ਨੂੰ ਮੰਤਰੀ ਨੇ ਸਾਡੇ ਇਸ ਵੇਲੇ ਉਹਨਾਂ ਨੂੰ ਰਾਜ ਤੂਰ ਆ ਉਹਨਾਂ ਨੇ ਇਹ ਜਿਹੜਾ ਸੀ ਲਿਖਤੀ ਰੂਪ 'ਚ ਭੇਜਿਆ ਸੀ, ਔਰ ਹੈਰੀ ਸਟੀਵਨ ਦੀ ਫੈਮਿਲੀ ਨੇ ਵੀ ਜਿਹੜਾ ਹੈਗਾ ਇਹਨੂੰ ਸਪੋਰਟ ਕੀਤਾ ਹੈਗਾ। ਜੇ ਕਮਿਊਨਿਟੀ ਚਾਹੂਗੀ, ਕਿਉਂਕਿ ਪਹਿਲਾਂ ਕਮਿਊਨਿਟੀ ਨੇ ਚਾਹਿਆ, ਦੇਖੋ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਚਾਹੇ ਸਾਹਿਬ ਸਿੰਘ ਉਹਨਾਂ ਦੀ ਸਾਰੀ ਆਰਗੇਨਾਈਜੇਸ਼ਨ ਨੇ ਸ਼ੁਰੂ ਕੀਤੀ। ਮੈਂ 1999 ਤੋਂ ਉਹਨਾਂ ਦੇ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ, ਔਰ ਕਈ ਵਾਰ ਮੈਂ ਪਾਰਲੀਮੈਂਟ ਦੇ ਵਿੱਚ ਇਸ ਬਾਰੇ ਆਵਾਜ਼ ਵੀ ਉਠਾਈ ਸੀਗੀ ਕਿ ਜਿਹੜੀ ਮਾਫੀ ਹੈਗੀ ਆ ਕਾਮਾਗਾਟਾ ਮਾਰੂ ਦੀ ਉਹ ਪਾਰਲੀਮੈਂਟ 'ਚ ਮੰਗਣੀ ਚਾਹੀਦੀ ਆ। ਔਰ ਪ੍ਰਾਈਮ ਮਿਨਿਸਟਰ ਜਿਹੜੇ ਉਸ ਵੇਲੇ ਲੀਡਰ ਸੀਗੇ, ਜਿੱਦਾਂ ਉਹਨਾਂ ਨੇ ਕੈਂਪੇਨ ਸ਼ੁਰੂ ਕੀਤੀ ਸੀ ਪਹਿਲੇ 2011 ਇਲੈਕਸ਼ਨ ਦੀ, ਉਹਦੇ ਸਰੀ ਤੋਂ ਜਦੋਂ ਉਹਨਾਂ ਨੇ ਸ਼ੁਰੂ ਕੀਤੀ ਹੈ ਤਾਂ ਉੱਥੇ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਸਟੇਜ 'ਤੇ ਵੀ ਮੈਂ ਮਾਫੀ ਜਿਹੜੀ ਆ ਉਹ ਅਸੀਂ ਅਫੀਸ਼ੀਅਲ ਤੌਰ 'ਤੇ ਮੰਗਾਂਗੇ, ਔਰ ਉਹ ਅਫੀਸ਼ੀਅਲ ਤੌਰ 'ਤੇ ਉਹਨਾਂ ਨੇ ਮਾਫੀ ਮੰਗੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਹੈਰੀ ਸਟੀਵਨਸ ਦੇ ਪਰਿਵਾਰ ਨੂੰ, ਜੋ ਉਹਨਾਂ ਦੀ ਫੈਮਿਲੀ ਹਜੇ ਇੱਥੇ ਵੈਨਕੂਵਰ ਵਿੱਚ ਹੀ ਰਹਿੰਦੀ ਹੈ, ਉਹਨਾਂ ਨੂੰ ਪੁੱਛਿਆ ਵੀ ਗਿਆ ਸੀਗਾ ਕਿ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਅਗਰ ਜੇ ਨਾ ਹਟਾ ਦਿੱਤਾ ਜਾਵੇ, ਤਾਂ ਉਸ ਦੀ ਫੈਮਿਲੀ, ਉਸ ਦੇ ਗ੍ਰੈਂਡ ਡਾਟਰ ਜਾਂ ਗ੍ਰੈਂਡ ਸਨ ਨੇ ਕਿਹਾ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਅਗਰ ਉਹਨਾਂ ਦੇ ਗ੍ਰੈਂਡਫਾਦਰ ਦਾ ਨਾਂ ਜੋ ਹੈ ਉਸ ਨੂੰ ਹਟਾ ਦਿੱਤਾ ਜਾਂਦਾ ਹੈ, ਕਿਉਂਕਿ ਉਹ ਸਮਝਦੇ ਹਨ ਕਿ ਉਸ ਟਾਈਮ 'ਤੇ ਉਹਨਾਂ ਦੇ ਗ੍ਰੈਂਡਫਾਦਰ ਨੇ ਇੱਕ ਗਲਤ ਕੰਮ ਕੀਤਾ ਸੀਗਾ। ਇਹ ਨਸਲਵਾਦ ਦਾ ਕੰਮ ਸੀ ਜੋ ਕਿ ਬਹੁਤ ਗਲਤ ਸੀ।
ਤੇ ਹੁਣ ਗੱਲ ਕਰਦੇ ਹਾਂ 50-50 ਚੈਲੰਜ ਦੀ। 50-50 ਚੈਲੰਜ ਇੱਕ ਅਜਿਹਾ ਇਵੈਂਟ ਜਿਸ ਵਿੱਚ ਕੁਝ ਲੋਕ 50 ਫੀਟ ਦੀ ਉਚਾਈ ਤੇ 50 ਘੰਟੇ ਤੱਕ ਰਹਿੰਦੇ ਨੇ ਤੇ ਕੈਂਸਰ ਪੀੜਤਾਂ ਦੀ ਮਦਦ ਲਈ ਫੰਡ ਇਕੱਤਰ ਕਰਦੇ ਨੇ। ਬੀਤੇ ਦਿਨੀ ਸਰੀ ਵਿੱਚ ਕਰਵਾਇਆ ਗਿਆ ਇੱਕ ਅਜਿਹਾ ਇਵੈਂਟ ਜਿਸ ਵਿੱਚ ਵੱਡੀ ਮਾਤਰਾ ਵਿੱਚ ਫੰਡ ਰੇਜ਼ ਕੀਤਾ ਗਿਆ। ਸਰੀ ਵਿੱਚ ਹਰ ਸਾਲ ਕਮਿਊਨਿਟੀ ਵੱਲੋਂ ਅਲੱਗ ਤਰ੍ਹਾਂ ਦਾ ਇਵੈਂਟ ਕਰਵਾਇਆ ਜਾਂਦਾ ਹੈ। ਜੀ ਹਾਂ, 50-50 ਨਾਂ ਦਾ ਇਵੈਂਟ ਕੈਂਸਰ ਫੰਡ ਰੇਜ਼ ਲਈ ਕਰਵਾਇਆ ਜਾਂਦਾ ਹੈ, ਜਿਸ ਵਿੱਚ 3 ਵਿਅਕਤੀ 50 ਫੁੱਟ ਉੱਚਾ 50 ਘੰਟੇ ਲਈ ਰਹਿੰਦੇ ਹਨ। ਹਮੇਸ਼ਾ ਦੀ ਤਰ੍ਹਾਂ, ਕਿਉਂਕਿ ਪਿਛਲੇ 8 ਸਾਲ ਤੋਂ ਬਹੁਤ ਸਾਰੇ ਇਦਾਂ ਦੇ ਇਵੈਂਟ ਕਰਦੇ ਆਏ ਆ ਤੇ ਹਰ ਸਾਲ ਜਿਹੜੀ ਅਵੇਅਰਨੈਸ, ਮੇਨ ਟਾਰਗੇਟ ਸਾਡਾ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਦਾ ਆ ਤੇ ਸੈਕੰਡ ਜਿਹੜਾ ਪਾਰਟ ਹੁੰਦਾ ਡੋਨੇਸ਼ਨ ਦਾ, ਕਿਉਂਕਿ ਡੋਨੇਸ਼ਨ ਦੇ ਨਾਲ ਰਿਸਰਚ ਹੁੰਦੀ ਆ, ਰਿਸਰਚ ਦੇ ਨਾਲ ਇਲਾਜ ਲੱਭਦੇ ਆ ਤੇ ਇਲਾਜ ਦੇ ਨਾਲ ਜਿਹੜਾ ਸਰਵਾਈਵਲ ਰੇਟ ਆ ਕੈਂਸਰ ਦਾ, ਵੱਖ-ਵੱਖ ਤਰ੍ਹਾਂ ਦੇ ਕੈਂਸਰ ਜਿਹੜਾ ਉਹ ਵੱਧ ਰਿਹਾ ਹਰ ਸਾਲ। ਤੇ ਹੁਣ ਜਿਹੜਾ ਇਹ ਮੈਟਾਸਟੈਟਿਕ ਕੈਂਸਰ ਆ, ਜਿਹੜਾ ਇੱਕ ਥਾਂ ਤੇ ਸ਼ੁਰੂ ਹੁੰਦਾ ਤੇ ਉਹਦੀ ਇਲਾਜ ਜਦੋਂ ਸ਼ੁਰੂ ਕਰਦੇ ਉਹ ਅੱਗੇ ਫੈਲ ਜਾਂਦਾ, ਉਹਦੀ ਰਿਸਰਚ ਲਈ ਬਹੁਤ ਲੋੜ ਸੀਗੀ। ਸੋ ਕੈਨੇਡੀਅਨ ਕੈਂਸਰ ਸੁਸਾਇਟੀ ਨੇ ਅਪਰੋਚ ਕੀਤਾ ਸਾਨੂੰ ਕਿ ਇਹਦੇ ਬਾਰੇ ਜਿਹੜਾ ਡੋਨੇਸ਼ਨ ਤੇ ਅਵੇਅਰਨੈਸ ਕਮਿਊਨਿਟੀ 'ਚ ਕਰਨੀ ਆ। ਸੋ ਉਹ ਅਸੀਂ ਉਪਰਾਲਾ ਚੱਕਿਆ ਤੇ ਹਮੇਸ਼ਾ ਦੀ ਤਰ੍ਹਾਂ ਜਿਹੜੀ ਕਾਮਯਾਬੀ, ਕਿਉਂਕਿ ਸਾਡਾ ਨਿਸਵਾਰਥ ਤੇ ਬਿਨਾਂ ਕਿਸੇ ਖਰਚੇ ਤੋਂ, ਕਿਉਂਕਿ ਕੱਲਾ ਜਿਹੜਾ ਪੈਨ ਆ ਉਹ ਅਸੀਂ ਸਿੱਧੀ ਡਾਇਰੈਕਟ ਕਲੈਕਟ ਕਰਕੇ ਆਪ ਨਹੀਂ ਕਰਕੇ ਦਿੰਦੇ। ਜਿਹੜੀ ਵੀ ਸੰਸਥਾ ਹੁੰਦੀ ਹੈ ਉਹ ਆਪ ਸਾਡੇ ਨਾਲ ਆ ਜਾਂਦੀ ਆ, ਉਹ ਸਿੱਧੀ ਕਲੈਕਟ ਕਰਦੀ। ਸਾਡਾ ਤਾਂ ਐਜ਼ ਏ ਵਲੰਟੀਅਰ ਜਿਹੜਾ ਅਸੀਂ ਕੰਮ ਕਰੀਦਾ। ਮੈਂ ਗਰਾਊਂਡ ਬਥੇਰਾ ਅਮਰਜੀਤ ਭਾਜੀ ਤੇ ਨਾਲ ਗਰਾਊਂਡ ਕਰੂ ਮੈਨੀ ਟਾਈਮਸ ਕੀਤੀ ਹੈ। ਮੇਰੀ ਦੂਜੀ ਵਾਰੀ ਅੱਜ ਆਪ ਇਨ ਯੂਨੀਫਾਰਮ। ਇਟਸ ਨਾਟ ਈਜ਼ੀ ਬਟ ਇਟ ਇਜ਼ ਅ ਵੈਰੀ ਸਮਾਲ ਫਰੈਕਸ਼ਨ ਆਫ ਜੋ ਕੋਈ ਕੈਂਸਰ ਦੇ ਡੀਲ ਕਰਦਾ ਹੈ ਜਾਂ ਉਹ ਥੈਰੇਪੀ ਕਰਦਾ ਹੈ, ਰੇਡੀਏਸ਼ਨ ਥੈਰੇਪੀ। ਇਹ ਤਾਂ ਕੁਛ ਵੀ ਨਹੀਂਗਾ। ਅਸੀਂ ਤਾਂ ਸਿਰਫ 50 ਘੰਟੇ ਥੋੜ੍ਹੇ ਔਖੇ ਸੌਖੇ ਹੋ ਕੇ ਰਹੇ ਆ, ਪਰ ਜਿਹੜਾ ਬੰਦਾ ਐਵਰੀ ਡੇ ਉਸ ਡੀਲ ਕਰਦਾ, ਇਸ ਲਈ ਤੁਹਾਡੇ ਨਾਲ, ਤੁਹਾਡੇ ਸਪੋਰਟ ਨਾਲ ਅਸੀਂ $50,000 ਜਿਹੜਾ ਰੇਜ਼ ਕੀਤਾ ਆ, ਉਹਨੂੰ 5 ਟਾਈਮਸ ਕਰਕੇ ਉਹ $300,000 ਇਸ ਰਿਸਰਚ ਵਾਸਤੇ ਜਾ ਰਿਹਾ। ਸੋ ਥੈਂਕ ਯੂ ਸੋ ਮਚ। ਇਹਦੇ ਵਿੱਚ ਬਹੁਤ ਸਿੱਖਣ ਨੂੰ ਮਿਲਦਾ। ਹਾਲਾਂਕਿ ਜਗ੍ਹਾ ਉੱਥੇ ਬੜੀ ਟਾਈਟ ਆ, ਮੈਂ ਕਦੀ ਸੁੱਤਾ ਨਹੀਂ ਬਾਹਰ। ਹਨੇਰੀ, ਮੀਂਹ, ਝੱਖੜ, ਠੰਡ ਲੱਗਿਆ। ਦੇਖੋ ਜੈਕਟ ਪਾਇਆ ਮੈਂ, ਬੁਰਾ ਹਾਲ ਮੇਰਾ ਹੋਇਆ ਸੀ, ਲੇਕਿਨ ਫਿਰ ਵੀ ਅੰਦਰੋਂ ਅਸੀਂ ਕੁਝ ਕਾਰਜ ਵਾਸਤੇ ਕੰਮ ਕਰ ਰਹੇ ਹਾਂ। ਇਹ ਕੈਨੇਡਾ ਦਾ ਜਿਹੜਾ ਹੈਗਾ ਨਾ, ਸਾਨੂੰ ਜਿਹੜਾ ਦਿੱਤਾ ਅਸੀਂ ਉਹਦਾ ਰਿਣ ਨਹੀਂ ਦੇ ਸਕਦੇ। ਸੋ ਇਹ ਛੋਟਾ ਮੇਰਾ ਉਪਰਾਲਾ ਹੈਗਾ ਵੀ ਮੈਂ ਉਸ ਵਿੱਚ ਆਪਣਾ ਯੋਗਦਾਨ ਪਾਵਾਂ। ਔਰ ਜਿਹੜਾ ਕੈਨੇਡੀਅਨ ਕੈਂਸਰ ਸੁਸਾਇਟੀ ਦਾ ਜਿਹੜਾ ਰਿਸਰਚ ਹੁੰਦਾ ਵੀ ਜਿਹੜਾ ਕੈਂਸਰ ਫੈਲਦਾ, ਉਹਦੇ 'ਚ ਅਸਾਂ ਜਿਹੜੇ ਪੈਸੇ ਇਕੱਠੇ ਕੀਤੇ ਆ। ਜਿਹੜੇ ਕੈਨੇਡੀਅਨ ਕੈਂਸਰ ਸੁਸਾਇਟੀ ਕੋਲ ਕਾਰਪੋਰੇਟ ਡੋਨਰਸ ਆ, ਜਿਹੜੇ ਉਹ ਇਦਾਂ ਦੀ ਆਲਵੇਸ ਉਹ ਇਨੀਸ਼ੀਏਟਿਵ ਲੈਂਦੇ ਰਹਿੰਦੇ ਆ। ਇਹ ਇੱਕ ਬਹੁਤ ਕਾਮਨ ਚੀਜ਼ ਆ ਕਿ ਉਹ ਕਹਿੰਦੇ ਕਿ ਜੇ ਕਮਿਊਨਿਟੀ ਇੰਨਾ ਲੈ ਕੇ ਆਊਗੀ, ਅਸੀਂ ਉਹਨੂੰ ਔਨ ਟਾਪ ਆਫ ਦੈਟ ਇੰਨੇ ਟਾਈਮਸ ਅਸੀਂ ਡੋਨੇਟ ਕਰਾਂਗੇ। ਸੋ ਇੱਕ ਬਹੁਤ ਕਾਮਨ ਚੀਜ਼ ਆ ਇਹ। ਸੋ ਇਸ ਵਾਰੀ ਸਾਡੇ ਕੋਲ ਅਸੀਂ ਕੈਨੇਡੀਅਨ ਕੈਂਸਰ ਸੁਸਾਇਟੀ ਕੋਲ ਵੀ ਇੱਦਾਂ ਦੇ ਕਾਰਪੋਰੇਟ ਡੋਨਰਸ ਹੈਗੇ ਆ ਜਿਹੜੇ ਕਹਿੰਦੇ ਕਿ 50,000 ਜੇ ਕਮਿਊਨਿਟੀ ਰੇਸ ਕਰੂਗੀ ਤੇ ਉਹ ਉਹਦਾ $3 ਲੱਖ ਬਣਾ ਦੇਣਗੇ ਤੇ ਜਿਹੜਾ ਕੈਨੇਡੀਅਨ ਕੈਂਸਰ ਰਿਸਰਚ ਲਈ, ਕੈਂਸਰ ਦੀ ਰਿਸਰਚ ਲਈ ਜਾਊਗਾ। ਇਸ ਸਾਲ ਕਰਵਾਏ ਗਏ ਇਵੈਂਟ ਵਿੱਚ ਡਾਕਟਰ ਪ੍ਰਗਟ ਸਿੰਘ ਭੁਰਜੀ ਅਤੇ ਅਮਰਜੀਤ ਸਿੰਘ ਡਾਡਵਰ ਦਾ ਅਹਿਮ ਰੋਲ ਰਿਹਾ ਅਤੇ ਕੈਂਸਰ ਲਈ $55,000 ਇਕੱਠੇ ਕੀਤੇ ਗਏ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਣਾਂਗੇ ਕੀ ਹੈ ਮਹੱਤਤਾ ਸਿੱਖ ਧਰਮ ਵਿੱਚ ਬੱਚਿਆਂ ਦੇ ਸਿਰ ਤੇ ਸਜਾਏ ਜਾਂਦੇ ਪਟਕੇ ਦੀ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਿਊਯਾਰਕ ਨਿਵਾਸੀ ਤੇਜਿੰਦਰ ਵਾਲੀਆ ਵੱਲੋਂ ਇੱਕ ਕਿਤਾਬ ਲਿਖੀ ਗਈ ਹੈ ਵਟ ਇਜ਼ ਅ ਪਟਕਾ, ਜੋ ਕਿ ਇਹ ਜਾਣਕਾਰੀ ਦਿੰਦੀ ਹੈ ਕਿ ਪਟਕਾ ਕੀ ਹੈ ਤੇ ਕਿਉਂ ਸਜਾਇਆ ਜਾਂਦਾ ਹੈ। ਦਰਅਸਲ ਤੇਜਿੰਦਰ ਵਾਲੀਆ ਦੇ 7 ਸਾਲਾਂ ਦੇ ਪੁੱਤਰ ਮੋਹਨ ਸਿੰਘ ਨੂੰ ਉਸ ਦੇ ਸਕੂਲ ਵਿੱਚ ਪਟਕੇ ਸੰਬੰਧੀ ਕਈ ਸਵਾਲ ਕੀਤੇ ਜਾਂਦੇ ਸਨ ਤੇ ਇਸੇ ਲਈ ਐਜੂਕੇਟਰਸ, ਟੀਚਰਸ ਤੇ ਕੇਅਰ ਗਿਵਰਸ ਨੂੰ ਇਸ ਦੀ ਜਾਣਕਾਰੀ ਲਈ ਉਹਨਾਂ ਨੇ ਇਹ ਕਿਤਾਬ ਲਿਖੀ ਹੈ, ਜੋ ਕਿ ਇਹ ਦੱਸਦੀ ਹੈ ਕਿ ਪਟਕਾ ਕੀ ਹੈ ਤੇ ਕਿਉਂ ਸਜਾਇਆ ਜਾਂਦਾ ਹੈ। ਇਸੇ ਸੰਬੰਧੀ ਉਹਨਾਂ ਸਾਡੇ ਨਾਲ ਕੀਤੀ ਖਾਸ ਮੁਲਾਕਾਤ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇਸ ਖਾਸ ਪੇਸ਼ਕਸ਼ ਦੇ ਵਿੱਚ। ਅੱਜ ਅਸੀਂ ਮੌਜੂਦ ਹਾਂ ਤੇਜਿੰਦਰ ਕਾਲੀਆ ਜੀ ਦੇ ਨਾਲ, ਜਿਨ੍ਹਾਂ ਨੇ ਰੀਸੈਂਟਲੀ ਇੱਕ ਕਿਤਾਬ ਲਿਖੀ ਹੈ ਵਾਟ ਇਜ਼ ਅ ਪਟਕਾ। ਇਸ ਕਿਤਾਬ ਦੇ ਵਿੱਚ ਦੱਸਿਆ ਗਿਆ ਹੈ ਕਿ ਪਟਕਾ ਕੀ ਹੈ ਤੇ ਕਿਸ ਤਰ੍ਹਾਂ ਪਟਕੇ ਨੂੰ ਬਣਨਾ ਚਾਹੀਦਾ ਹੈ। ਕਿਸ ਤਰ੍ਹਾਂ ਇੰਸਪੀਰੇਸ਼ਨ ਮਿਲੀ ਤੇਜਿੰਦਰ ਕਾਲੀਆ ਜੀ ਨੂੰ ਇਸ ਕਿਤਾਬ ਬਾਰੇ ਤੇ ਕੀ ਮੋਟਿਵ ਹੈ ਇਸ ਕਿਤਾਬ ਦਾ, ਇਸ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PDC ਦੇ ਵਿੱਚ। ਸਤਿ ਸ਼੍ਰੀ ਅਕਾਲ ਜਸਲੀਨ ਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਜੀ, ਵਾਟ ਇਜ਼ ਅ ਪਟਕਾ ਅਸੀਂ ਡੈਫੀਨੇਟਲੀ ਦੇਖ ਸਕਦੇ ਹਾਂ ਇਹ ਬੱਚਿਆਂ ਨੂੰ ਬਹੁਤ ਅਟਰੈਕਟ ਕਰ ਰਹੀ ਹੈ ਬੁੱਕ, ਪਰ ਜਾਨਣਾ ਚਾਹਾਂਗੇ ਕਿ ਇਹ ਕਿਤਾਬ ਲਿਖਣ ਲਈ ਇੰਸਪੀਰੇਸ਼ਨ ਕਿਸ ਤਰ੍ਹਾਂ ਮਿਲੀ।
Just as the book is for a child, the book's inspiration is from a child also. So, mera pehla bacha, my first son Mohan, was 3 years old, going from the 2-year class to the 3-year class in his nursery school. And he was going from not wearing a patka to wearing a patka. So I was looking for a resource that would teach the children in his school about the patka and like what the rules are about touching it and all of those questions, because children are so curious at that age, at 3-4 years old. And then I was also looking for something that, should the patka open, I'm sure parents everywhere who have little boys or little girls who wear them know, as they get very active, the patka opens or slips. And so I wanted something that would help them remember how to retie it. And then I kind of created this book, just sketching it out, something just as a resource for that, because I didn't find anything that quite fit what I was looking for, specific to the patka. And next thing you know, people saw it, they enjoyed it, so I decided to do it properly and get it printed and published, and it's now available on Amazon. ਜਿਸ ਤਰ੍ਹਾਂ ਤੁਸੀਂ ਦੱਸਿਆ ਤਜਿੰਦਰ ਜੀ, ਮੋਹਨ ਤੁਹਾਡਾ ਜਿਹੜਾ ਬੇਟਾ ਹੈ ਸਕੂਲ ਦੇ ਵਿੱਚ ਡੈਫੀਨੇਟਲੀ ਉਹ ਪਟਕਾ ਬਣ ਕੇ ਜਾਂਦਾ ਹੈ। ਐਂਡ ਆਈ ਥਿੰਕ ਸਿੱਖਿਜ਼ਮ ਦੇ ਵਿੱਚ ਜਿਹੜੀ ਇੱਕ ਮੇਨ ਗੱਲ ਹੁੰਦੀ, ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਉਹਦੇ ਸਿਰ ਤੇ, ਮੁੰਡਿਆਂ ਦੇ ਸਿਰ ਤੇ ਪਟਕਾ ਬੰਨਿਆ ਜਾਂਦਾ ਹੈ, ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਪਟਕਾ ਕਿਉਂ ਬਣ ਰਿਹਾ। ਪਰ ਅੱਜ ਅਸੀਂ ਇੰਡੀਆ ਤੋਂ ਬਾਹਰ ਹਾਂ ਤੇ ਡੈਫੀਨੇਟਲੀ ਅੱਜ ਜਿਹੜੇ ਇੱਥੇ ਸਕੂਲਸ ਨੇ US ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਹੋਰ ਕਿਤੇ ਇੰਡੀਆ ਤੋਂ ਬਾਹਰ, ਉਹਨਾਂ ਦੇ ਮਨ ਦੇ ਵਿੱਚ, ਬਾਕੀ ਲੋਕਾਂ ਦੇ ਮਨ ਵਿੱਚ ਡੈਫੀਨੇਟਲੀ ਕੁਐਸਚਨਸ ਆਉਂਦੇ ਹੋਣਗੇ ਕਿ ਇਹ ਪਟਕਾ ਕੀ ਹੈ ਜਾਂ ਇਹਨਾਂ ਨੇ ਆਪਣਾ ਹੈਡ ਕਵਰ ਕਿਉਂ ਕੀਤਾ ਹੋਇਆ ਹੈ। ਤੇ ਇਹੀ ਕੁਐਸਚਨਸ ਆਈ ਥਿੰਕ ਸ਼ਾਇਦ ਮੋਹਨ ਨੂੰ ਵੀ ਆਏ ਹੋਣਗੇ। Absolutely. At such a young age, when the child is so used to it, we take it for granted that, oh, they just know. And everybody will know when it's not a big deal. What you realize, exactly as you said, these young children are very open to asking questions. And when they see something different, what is the reason for that? Mohan himself wasn't nervous. Mohan is he's a very bold and confident child. But what I did see was somebody did ask him, and he kind of wasn't quite sure. We had never really discussed it. And we made a big deal about it, that, oh, you're going to start to wear patka now, you're a big boy, you know, you're on your way, you're going to be like dad in a few years, and pagadi banke, you're going to be just like your dad. But we never gave him a why. So when we and we decided to start writing the book, Mohan and I sat down and we actually wrote out, kere questions aande pya. What questions are people asking you about your patka? And he had some interesting input. Okay, I see that both bache puchte ne ki colors da matlab kiya hai. Why is it some days I wear red and some days I wear blue? And they actually thought that there was koi symbolism or something, right? He said, he asked me, what is the mood? People ask me if the patka is related to my mood. And it was very cute. And so we wanted to address that. People ask, hey, the tale ki hai, what's underneath it? And, you know, without showing his hair, because he didn't want to do that, we wanted to address those questions. So I brought him into the conception and the content of the book right from day one. And he was very helpful. And then in creating those questions throughout the book, we gave answers that in a very unintimidating, young way, something that's age appropriate, he can access if he's in a situation where I'm not with him and he wants to be able to appear confident or be confident and answer these questions. One thing that I noticed with interaction, I would say probably not just with children, but you certainly notice it with children, is that when a child is very hesitant to answer a question, the other children will see that and think, uh-oh, there's something here. Yeah. Maybe I should keep pushing. Maybe this is a sensitive point. Whereas if the child is very kind of carefree about it, very casual, everybody moves on. So I wanted to give him that foundation to just be casual about it. Yeah. Be factual, know his stuff, and then move on. Before I go to my next question, मैं ਤੁਹਾਨੂੰ request ਕਰਾਂਗੀ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਕਿ ਇਸ book ਦੇ ਵਿੱਚ ਕੀ ਹੈਗਾ। Acha, I definitely can. So this is the book, this is Mohan. So the primary thing we wanted to do was show that a Sikh family that keeps their hair just the same like everybody else. We just talked about living in New York in a house, and Mohan likes to ride his bike.
Oh, there's Mohan riding his bike. Then we go through and we start showing different situations that discuss why. So Mohan is sick because his mom and dad are sick. And being a Sikh means he follows certain rules. We say it's important to remember that the patka should not be touched without his permission. Then we have the steps for actually tying a patka, step by step with pictures. Then what we did was we wanted something that a parent could take into the classroom, and we say book, activity, and questions. So they can read the book, then they can bring in copies of this coloring page, which kids, they just love to color. It's just their favorite thing. And it's nice, it's a quiet activity for them to kind of calm. And so they'll read the book, do the coloring page, and I give some suggestions on how to present it to the classroom. For example, I recommend bringing in some folded patkas so the kids can pass them around. This age, it's really nice for things for them to touch without actually having to touch the one on their head. Why did you choose कि तुसी एक book create करो rather than making a video or an application? It's a good question. So a few reasons. The first one I'd say is I'm a book person. I've always just really liked books. The second thing is when we talk about something that's going to be used in the classroom, a book is just a natural addition to any classroom library. It's something solid. It's something that the child can look at, can touch, and that can be accessed again and again, whether you have Wi-Fi or whether you don't. And, when we talk about putting this into the school libraries, what we've heard from parents who've been buying the book is that they've been buying, multiple copies, maybe 2, keeping one for themselves, and then donating one to the classroom or to the school library. And so, the dream will be that in a few years, there comes a boy or girl who comes into the classroom and is looking through their school library, and they find this book. And they wear a patka, but they are not the ones who put the book in. And they're seeing that, wow, there are other people like me, and this is totally normal, and this is totally mainstream, and my parents didn't need to come in and do a presentation. This book is aimed to 3 to 5-year-olds. And at that age, if we can catch them that young, then maybe they can keep that knowledge as they get older. There's no guarantee of anything, but I'd like to think that. So that's why a book. Thank you so much for joining us. It was a pleasure talking to you, and I'm pretty sure कि आने वाले दिनों दे विच ਜਿਹੜੇ ਲੋਕਾਂ ਨੂੰ ਨਹੀਂ ਪਤਾ what is a patka, ਉਹਨਾਂ ਨੂੰ definitely ਪਤਾ ਹੋਏਗਾ what is a patka. Thank you so much for joining us. Thank you so much, Jasleen ji. Thank you for having me. ਸੋ ਅੱਜ ਦੇ ਲਈ NRI Word ਵਿੱਚ ਬਸ ਇੰਨਾ ਹੀ। ਜੇ ਤੁਸੀਂ ਵੀ NRI Word ਵਿੱਚ ਕੁਝ ਖਾਸ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖੋ। ਸਾਡਾ ਈਮੇਲ ਆਈਡੀ ਹੈ feedback@bdcnetwork.com। ਫਿਰ ਤੋਂ ਮੁਲਾਕਾਤ ਹੋਏਗੀ ਕੈਨੇਡਾ ਭਰ ਦੀਆਂ ਕੁਝ ਹੋਰ ਸਰਗਰਮੀਆਂ ਦੇ ਨਾਲ ਅਗਲੇ ਹਫਤੇ। ਉਦੋਂ ਤੱਕ ਲਈ ਤੁਸੀਂ ਕਰਨਾ ਮੇਰਾ ਇੰਤਜ਼ਾਰ। ਸਤਿ ਸ਼੍ਰੀ ਅਕਾਲ।